श्री गुरु रविदास गुरुघर फ्रीजनो कैलिफोर्निया की प्रबंधक कमेटी और संगत ने भारतीय संविधान के मुख्य निर्माता बाबा साहेब डॉक्टर भीमराव अंबेडकर जी का 67वां परिनिर्वाण दिवस पर उन्हें पुष्प अर्पित की। इस अवसर पर उनकी स्मृति में एक समर्पित चिकित्सा शिविर का आयोजन किया गया। मेडिकल शिविर में डॉक्टर निर्मल सिंह भट्टी एमडी और डॉक्टर सुरदीप सिंह डीडीएस ने बहुजन समाज की सेवा की। डॉक्टर सुरदीप सिंह जी ने स्लाइड्स के साथ संगत को अपने दांतों की देखभाल कैसे करें इसके बारे में विस्तार से समझाया। मुख्य सेवादार श्री अमर दरोज, सचिव श्री कुलदीप सिंह बांगड़ और पूर्व अध्यक्ष श्री राजेंद्र मोमी ने बाबा साहेब डॉक्टर भीमराव अंबेडकर जी के जीवन और संघर्ष की जानकारी दी और सभी को बाबा साहब के मिशन को अपने जीवन का हिस्सा बनाने का आग्रह की। इन्ना कुछ बोलण नूं हैगा आ उन्हां दे बारे दे विच, पर कुछ कुछ गल्लां जिहड़ियां आ जिद्दां आपां पहिलां संविधान निर्माता बाबा साहब डॉक्टर अंबेडकर कहंदे हुंदे सी, ਉਹ ਮੈਨੂੰ ਵੀ ਲੱਗਦਾ ਵੀ ਅਸੀਂ ਉਹਨਾਂ ਦਾ ਕੱਦ ਛੋਟਾ ਕਰਨ ਵਾਲੀ ਗੱਲ ਸੀ, ਕਿਉਂਕਿ ਸਿਰਫ ਸੰਵਿਧਾਨ ਦਾ ਹੀ ਨਿਰਮਾਣ ਨਹੀਂ ਉਹਨਾਂ ਨੇ ਕੀਤਾ, ਉਹਨਾਂ ਨੇ ਇੱਕ ਰਾਸ਼ਟਰ ਦਾ ਨਿਰਮਾਣ ਕੀਤਾ। ਹੀ ਵਾਸ ਅ ਕਨਸਟੀਟਿਊਸ਼ਨ ਮੇਕਰ, ਹੀ ਵਾਸ ਆਲਸੋ ਅ ਨੇਸ਼ਨ ਬਿਲਡਰ, ਜਿਹਨੇ ਇੱਕ ਭਾਰਤ ਰਾਸ਼ਟਰ ਦਾ ਜਿਹੜਾ ਨਿਰਮਾਣ ਦੇ ਵਿੱਚ ਜੋ ਬਾਬਾ ਸਾਹਿਬ ਦਾ ਯੋਗਦਾਨ ਹੈ, ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਬੰਦੇ ਦਾ ਐਡਾ ਯੋਗਦਾਨ ਉਸ ਰਾਸ਼ਟਰ ਦੇ ਨਿਰਮਾਣ ਦੇ ਵਿੱਚ ਹੋਵੇਗਾ। ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ, ਉਹਦੇ ਥੱਲੇ ਕੋਲੰਬੀਆ ਯੂਨੀਵਰਸਿਟੀ ਨੇ ਲਿਖਿਆ ਵੀ ਸਿੰਬਲ ਆਫ ਨੌਲੇਜ, ਵੀ ਇਹ ਬੰਦਾ ਜਿਹੜਾ ਆ ਗਿਆਨ ਦਾ ਪ੍ਰਤੀਕ। ਮਤਲਬ ਜਿਨ੍ਹਾਂ ਲੋਕਾਂ ਲਈ ਕੀਤਾ, ਜਿਸ ਸਮਾਜ ਲਈ ਕੀਤਾ, ਉਹਨਾਂ ਨੇ ਜ਼ਿਆਦਾ ਐਪਰੀਸ਼ੀਏਟ ਨਹੀਂ ਬਾਬਾ ਸਾਹਿਬ ਨੂੰ ਕੀਤਾ, ਪਰ ਦੁਨੀਆ ਕਰਦੀ ਆ। ਸੋ ਦੁਨੀਆ ਦਾ 6ਵਾਂ ਦਿਮਾਗ ਵੀ ਜਿਹੜਾ ਆ ਕੋਲੰਬੀਆ ਯੂਨੀਵਰਸਿਟੀ ਨੇ ਉਹਨਾਂ ਨੂੰ ਕਿਹਾ ਕਿ ਇਹ ਜਿਹੜਾ ਆ ਦੁਨੀਆ ਦਾ 6ਵਾਂ, ਭਾਰਤ ਦਾ ਨਹੀਂ, ਪੂਰੀ ਦੁਨੀਆ ਦਾ, ਦੁਨੀਆ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਇਹ ਬੰਦਾ ਜਿਹੜਾ ਸੀਗਾ ਇਹ ਦੁਨੀਆ ਦਾ 6ਵਾਂ ਦਿਮਾਗ ਸੀ। ਸੋ ਉਸ ਤੋਂ ਬਾਅਦ ਭਾਰਤ ਰਤਨ ਜਿਹੜਾ ਆ ਬਾਬਾ ਸਾਹਿਬ ਨੂੰ 1990 ਦੇ ਵਿੱਚ ਜਿਹੜਾ ਆ ਉਹ ਬੀਪੀ ਸਿੰਘ ਦੀ ਸਰਕਾਰ ਦੇ ਵਿੱਚ, ਜਨਤਾ ਦਲ ਦੀ ਸਰਕਾਰ ਜਦੋਂ ਬਣੀ ਸੀ, ਤੁਹਾਨੂੰ ਪਤਾ ਹੋਣਾ 90 ਦੇ ਵਿੱਚ ਉਹਨਾਂ ਵੱਲੋਂ ਦਿੱਤਾ ਗਿਆ ਸੀ। ਕਈਆਂ ਨੂੰ ਲੱਗਦਾ ਕਿ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਹੀ ਬਾਬਾ ਸਾਹਿਬ ਮਿਨਿਸਟਰ ਬਣੇ ਆ, ਪਰ ਤੁਹਾਨੂੰ ਹੈਰਾਨੀ ਹੋਊਗੀ ਕਿ ਬਾਬਾ ਸਾਹਿਬ ਅੰਗਰੇਜ਼ਾਂ ਦੀ ਸਰਕਾਰ ਦੇ ਵਿੱਚ ਵੀ ਮਿਨਿਸਟਰ ਰਹੇ ਆ। ਬਾਬਾ ਸਾਹਿਬ ਜੁਲਾਈ 22 1942 47 ਤੋਂ 5 ਸਾਲ ਪਹਿਲਾਂ, 47 ਤੋਂ 5 ਸਾਲ ਪਹਿਲਾਂ, ਜੁਲਾਈ 22 1942 ਤੋਂ ਲੈ ਕੇ ਅਕਤੂਬਰ 20 1946 ਤੱਕ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਮਿਨਿਸਟਰ ਆਫ ਲੇਬਰ ਅੰਗਰੇਜ਼ਾਂ ਦੀ ਸਰਕਾਰ ਦੇ ਵਿੱਚ ਰਹੇ ਆ। ਤੇ ਜਿਹੜੀ 8 ਘੰਟੇ ਦੀ ਦਿਹਾੜੀ ਕੀਤੀ ਹੋਈ ਆ, ਪਹਿਲਾਂ 12 ਘੰਟੇ ਦੀ ਹੁੰਦੀ ਸੀ, ਜਾਂ ਮੁਜ਼ਾਹਰਿਆਂ ਦਾ ਕੰਮ ਕਰਦੇ ਸੀ, ਸਾਡੇ ਲੋਕ ਉਹ ਤਾਂ 24 ਘੰਟੇ ਕੰਮ ਕਰਾਈ ਜਾਂਦੇ ਸੀ। ਸੋ ਇਹ ਜਿਹੜੀ ਦਿਹਾੜੀ ਵੀ 8 ਘੰਟੇ ਕੀਤੀ ਗਈ ਸੀ, ਇਹ ਬਾਬਾ ਸਾਹਿਬ ਨੇ ਉਸ ਆਪਣੀ ਮਿਨਿਸਟਰੀ ਦੇ ਅੰਡਰ ਅੰਗਰੇਜ਼ਾਂ ਦੀ ਸਰਕਾਰ ਦੇ ਵਿੱਚ ਹੀ 8 ਘੰਟੇ ਦੀ ਦਿਹਾੜੀ ਜਿਹੜੀ ਆ ਕਰਵਾ ਦਿੱਤੀ ਸੀਗੀ। ਉਸ ਤੋਂ ਬਾਅਦ 1936 ਦੇ ਵਿੱਚ ਬਾਬਾ ਸਾਹਿਬ ਨੇ ਇੱਕ ਪਾਰਟੀ ਬਣਾਈ ਜਿਹਦਾ ਨਾਂ ਸੀ ਇੰਡੀਅਨ ਲੇਬਰ ਪਾਰਟੀ, ILP, ਜਿਹੜੀ ਪਾਰਟੀ 1936 ਦੇ ਵਿੱਚ ਬਾਬਾ ਸਾਹਿਬ ਨੇ ਅੰਗਰੇਜ਼ਾਂ ਦੇ, ਦੇਖੋ ਰਾਜ ਦੇ ਵਿੱਚ ਵੀ ਇਲੈਕਸ਼ਨ ਹੁੰਦੀ ਸੀ, ਕਈਆਂ ਨੂੰ ਤਾਂ ਇਹੀ ਨਹੀਂ ਪਤਾ, ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਉਹ ਕੋਈ ਡਿਕਟੇਟਰਸ਼ਿਪ ਵਾਲਾ ਰਾਜ ਨਹੀਂ ਸੀ, ਉਦੋਂ ਵੀ ਇਲੈਕਸ਼ਨ ਹੁੰਦੀਆਂ ਸੀ। ਤੇ ਬਾਬਾ ਸਾਹਿਬ ਨੇ 1936 ਦੇ ਵਿੱਚ ਇੰਡੀਅਨ ਲੇਬਰ ਪਾਰਟੀ ਬਣਾ ਕੇ 1937 ਦੇ ਵਿੱਚ ਬੰਬੇ ਦੀ ਵਿਧਾਨ ਸਭਾ ਦੇ ਵਿੱਚ ਇਲੈਕਸ਼ਨ ਲੜਿਆ। ਦੇਖੋ ਉਸ ਵੇਲੇ ਬੰਬੇ ਦੀ ਜਿਹੜੀ ਵਿਧਾਨ ਸਭਾ ਆ ਉਹਦੇ ਵਿੱਚ 13 ਰਿਜ਼ਰਵ ਸੀਟਾਂ ਹੁੰਦੀਆਂ ਸੀ, ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਬਾਬਾ ਸਾਹਿਬ ਦੀ ਪਾਰਟੀ ਨੇ 13 ਦੇ ਵਿੱਚੋਂ 11 ਸੀਟਾਂ ਜਿੱਤੀਆਂ, ਤੇ 4 ਸੀਟਾਂ ਜਿਹੜੀਆਂ ਆ ਜਨਰਲ ਤੇ ਇਲੈਕਸ਼ਨ ਲੜਿਆ, 4 ਜਨਰਲ ਤੇ ਵੀ ਲੜਿਆ, ਤੇ 4 ਜਿਹੜੀਆਂ ਜਨਰਲ ਦੀਆਂ ਸੀਟਾਂ ਸੀਗੀਆਂ ਉਹਨਾਂ ਵਿੱਚੋਂ ਵੀ 3 ਸੀਟਾਂ ਜਿੱਤੀਆਂ ਬਾਬਾ ਸਾਹਿਬ ਦੀ ਪਾਰਟੀ ਨੇ। 1937 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ, ਸਾਨੂੰ ਲੱਗਦਾ ਵੀ ਸ਼ਾਇਦ ਅੰਗਰੇਜ਼ਾਂ ਦੀ ਜਿਹੜਾ ਰਾਜ ਦੇ ਵਿੱਚ, ਸਾਨੂੰ ਵੀ ਇਹ ਨੌਲੇਜ ਨਹੀਂ ਸੀ ਜਿੰਨਾ ਚਿਰ ਬਾਬਾ ਸਾਹਿਬ ਨੂੰ ਨਹੀਂ ਪੜ੍ਹਿਆ ਸੀਗਾ, ਪਰ 1937 ਦੇ ਵਿੱਚ ਬਾਬਾ ਸਾਹਿਬ ਲੀਡਰ ਆਫ ਆਪੋਜੀਸ਼ਨ ਬਣੇ ਬੰਬੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ 1937 ਦੇ ਵਿੱਚ। ਉਸ ਤੋਂ ਬਾਅਦ 1947 ਤੋਂ ਲੈ ਕੇ 1951 ਤੱਕ, 15 ਅਗਸਤ 1947 ਤੋਂ ਲੈ ਕੇ 6 ਅਕਤੂਬਰ 1951 ਤੱਕ ਬਾਬਾ ਸਾਹਿਬ ਜਿਹੜੇ ਆ ਇੰਡੀਆ ਦੇ ਫਰਸਟ ਮਿਨਿਸਟਰ ਆਫ ਲਾਅ ਐਂਡ ਜਸਟਿਸ, ਪਹਿਲੇ ਜਿਹੜੇ ਆ ਕਾਨੂੰਨ ਮੰਤਰੀ, ਆਜ਼ਾਦ ਭਾਰਤ ਦੀ ਜਿਹੜੀ ਪਹਿਲੀ ਸਰਕਾਰ ਜਿਹੜੀ ਬਣੀ ਸੀਗੀ ਉਹਦੇ ਵਿੱਚ ਬਾਬਾ ਸਾਹਿਬ ਜਿਹੜੇ ਆ ਉਹ ਲਾਅ ਐਂਡ ਜਸਟਿਸ ਜਿਹੜੇ ਆ ਮਿਨਿਸਟਰ
ਰਹੇ ਆ। ਤੇ ਬਾਬਾ ਸਾਹਿਬ ਨੇ 1951 ਦੇ ਵਿੱਚ ਜਿਹੜਾ ਇਸ ਮੰਤਰੀ ਪਦ ਤੋਂ ਕੈਬਨਿਟ ਮਿਨਿਸਟਰ ਦੀ ਪੋਸਟ ਆ, ਦੇਖੋ ਇਹ ਸਰਕਾਰ ਦੇ ਵਿੱਚ, ਇਹਦੇ ਤੋਂ ਅਸਤੀਫਾ ਦੇਣ ਦਾ ਬਾਬਾ ਸਾਹਿਬ ਦਾ ਇੱਕੋ ਹੀ ਕਾਰਨ ਸੀਗਾ। ਬਾਬਾ ਸਾਹਿਬ ਹਿੰਦੂ ਕੋਡ ਬਿੱਲ ਜਿਹੜਾ ਆ, ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਨਹੀਂ ਜਾਣਦੀਆਂ, ਜਿਹੜੇ ਤੁਹਾਨੂੰ ਬੰਦਿਆਂ ਦੇ ਮਰਦਾਂ ਦੇ ਬਰਾਬਰ ਅਧਿਕਾਰ ਮਿਲੇ ਹੋਏ ਆ, ਇਹ ਉਹ ਬਿੱਲ ਸੀਗਾ, ਹਿੰਦੂ ਕੋਡ ਬਿੱਲ ਜਿਹਦਾ ਨਾਂ ਸੀ, ਜਿਹਦੇ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲੇ, ਵੋਟ ਪਾਉਣ ਦਾ ਅਧਿਕਾਰ, ਆਪਣੇ ਹਸਬੈਂਡ ਦੀ ਪ੍ਰਾਪਰਟੀ, ਅੱਧੀ ਪ੍ਰਾਪਰਟੀ ਦਾ ਅਧਿਕਾਰ, ਈਵਨ ਕਿ ਆਪਣੇ ਫਾਦਰ ਦੀ ਪ੍ਰਾਪਰਟੀ ਦੇ ਵਿੱਚ ਵੀ ਜਿਹੜਾ ਆ ਲੇਡੀਜ਼ ਨੂੰ ਅਧਿਕਾਰ ਮਿਲਿਆ। ਉਹ ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ ਦੇ ਵਿੱਚ ਲਿਖ ਦਿੱਤਾ। ਜਦੋਂ ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ ਜਿਹੜਾ ਆ ਸਰਕਾਰ ਦੇ ਵਿੱਚ ਪ੍ਰੈਜ਼ੈਂਟ ਕੀਤਾ, ਤਾਂ ਉਸ ਵੇਲੇ ਦੇ ਜਿੰਨੇ ਕਾਂਗਰਸ ਦੇ ਮਿਨਿਸਟਰ ਸੀਗੇ ਸਾਰਿਆਂ ਨੇ ਅਪੋਜ਼ ਕੀਤਾ, ਜਿਹਦੇ ਵਿੱਚ ਜਵਾਹਰ ਲਾਲ ਨਹਿਰੂ ਵੀ ਸੀਗੇ। ਉਹਨਾਂ ਨੇ ਅਪੋਜ਼ ਕੀਤਾ ਕਿ ਨਹੀਂ, ਇਹ ਜਿਹੜੇ ਅਧਿਕਾਰ ਇਸ ਤਰ੍ਹਾਂ ਦੇ ਨਹੀਂ ਮਿਲਣੇ ਚਾਹੀਦੇ ਔਰਤਾਂ ਨੂੰ। ਦੇਖੋ ਇਹ ਵੀ ਨਹੀਂ ਸਾਡੀਆਂ ਭੈਣਾਂ ਨੂੰ ਨਹੀਂ ਪਤਾ, ਪਰ ਬਾਬਾ ਸਾਹਿਬ ਨੇ ਆਪਣੀ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ ਵੀ ਜੇ ਤੁਸੀਂ ਹਿੰਦੂ ਕੋਡ ਬਿੱਲ ਪਾਸ ਨਹੀਂ ਕਰਨਾ ਤਾਂ ਮੈਨੂੰ ਮਿਨਿਸਟਰ ਬਣੇ ਰਹਿਣ ਦਾ ਕੋਈ ਹੱਕ ਨਹੀਂ, ਕਿਉਂਕਿ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਜਿਹੜੇ ਆ ਅਧਿਕਾਰ ਮਿਲਣੇ ਚਾਹੀਦੇ ਆ। ਉਸ ਤੋਂ ਪਹਿਲਾਂ ਕਾਂਸਟੀਟਿਊਸ਼ਨ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਜਿਹੜੇ ਬਾਬਾ ਸਾਹਿਬ ਆ, ਉਹ 29 ਅਗਸਤ 1947 ਤੋਂ ਲੈ ਕੇ 24 ਜਨਵਰੀ 1950 ਤੱਕ ਕਾਂਸਟੀਟਿਊਸ਼ਨ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਾਬਾ ਸਾਹਿਬ ਰਹੇ ਆ। ਕਾਂਸਟੀਟਿਊਸ਼ਨ ਡਰਾਫਟਿੰਗ ਕਮੇਟੀ ਕੀ ਸੀ? ਜਿਸ ਕਮੇਟੀ ਨੇ ਭਾਰਤ ਦੇਸ਼ ਦਾ ਸੰਵਿਧਾਨ ਬਣਾਇਆ, ਉਸ ਕਮੇਟੀ ਦੇ ਚੇਅਰਮੈਨ ਜਿਹੜੇ ਆ ਉਹ ਬਾਬਾ ਸਾਹਿਬ ਰਹੇ ਆ। ਮੈਂਬਰ ਆਫ ਪਾਰਲੀਮੈਂਟ ਜਿਹੜੇ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਮੈਂਬਰ ਆਫ ਪਾਰਲੀਮੈਂਟ ਰਹੇ ਆ ਬੰਬੇ ਸਟੇਟ ਤੋਂ 3 ਅਪ੍ਰੈਲ 1952 ਤੋਂ ਲੈ ਕੇ 6 ਦਸੰਬਰ 1956 ਤੱਕ। 6 ਦਸੰਬਰ 1956 ਤੱਕ ਬਾਬਾ ਸਾਹਿਬ ਜਿਹੜੇ ਆ ਰਾਜ ਸਭਾ ਦੇ ਮੈਂਬਰ ਰਹੇ ਆ। ਇਹਦੇ ਵਿੱਚ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ ਕਿ ਬਾਬਾ ਸਾਹਿਬ ਆਜ਼ਾਦ ਭਾਰਤ ਦੇ ਵਿੱਚ ਇਲੈਕਸ਼ਨ ਉਹਨਾਂ ਨੇ ਜ਼ਰੂਰ ਲੜੀ ਆ, ਪਰ ਜਿੱਤੇ ਨਹੀਂ ਕੋਈ ਵੀ। अंत में कार्यक्रम की प्रबंधक समिति ने सभी संगत और डॉक्टर साहिबान की सेवाओं के लिए आभारी होकर प्रोग्राम को समाप्त किया गया।